ये जिन्ने भी मॉडल ने ये PTO दे बादशाह ने। थ्रेशर ते चला लो, रोटावेटर ते चला लो। ये साडा मतलब ट्रांसमिशन सिस्टम आ रहा है सारा ना, ये कांस्टेंट मैश ट्रांसमिशन सिस्टम है सारा। बाकी ट्रैक्टरां च नहीं है। काफ़ी मैं देखा है भी ड्राइवर हजरात सेंटर वाले सुराख विच जिहड़ा ना पिन डालदे है जी। ये बाकी जिहड़े 3 सुराख है ने बकाया 2 सुराख रह गए, ये 3 सुराख के पावर स्टीयरिंग है सर। ਉਹਨੇ ਬਾਅਦ ਜਿਹੜਾ ਉਹਦੇ ਟਾਇਰ ਨੇ ਹਾਂਜੀ ਆਗਾਜ਼ੀ ਵਾਲੇ ਟਾਇਰ ਨੇ, ਇਹ 12 4 28 ਦੇ ਟਾਇਰ ਨੇ, ਇਹ 14 9 28 ਦੇ ਟਾਇਰ ਨੇ। ਇਹ ਟਾਇਰ ਇਹਨੂੰ ਲੱਗੇ ਨੇ, टायर भी बड़ा आ गया, पावर स्टीयरिंग भी आ गया, करा पिनियन भी चेंज है जी। और ये लोगों को पता नहीं हैगा भी ये की चीज़ है इहदे बारे। अस्सलाम वालेकुम दोस्तों, ਅੱਜ ਆਪਾਂ ਮੌਜੂਦ ਹਾਂ ਪਾਕਿਸਤਾਨ ਟਰੈਕਟਰ ਸ਼ੋਰੂਮ ਨਿਊ ਹੋਲੈਂਡ ਅਲਗਾਜ਼ੀ ਕੰਪਨੀ ਲਿਮਿਟਡ ਤੇ। ਆਪਣੇ ਨਾਲ ਮੌਜੂਦ ਨੇ ਮੁਹੰਮਦ ਅਕਰਮ ਸਾਹਿਬ, ਡਿਪਟੀ ਮੈਨੇਜਰ ਸੇਲ ਐਂਡ ਮਾਰਕੀਟਿੰਗ। ਔਰ ਜਿਸ ਤਰ੍ਹਾਂ ਦੋਸਤੋ ਆਪਾਂ ਜਾਣਦੇ ਹਾਂ ਕਿ ਨਿਊ ਹੋਲੈਂਡ ਦਾ ਕੋਈ ਵੀ ਮਾਡਲ ਹੋਵੇ, ਇਹ ਟਰੈਕਟਰ PTO ਦੇ ਬਾਦਸ਼ਾਹ ਨੇ ਔਰ ਡੀਜ਼ਲ ਐਵਰੇਜ ਵੱਲੋਂ ਬਾਕੀ ਆਪਣੀਆਂ तमाम ਮੁਕਾਮੀ ਕੰਪਨੀਆਂ ਤੋਂ ਬਹੁਤ ਅੱਛੇ ਨੇ। ਇਹਨਾਂ ਦੀ ਡੀਜ਼ਲ ਐਵਰੇਜ ਬਹੁਤ ਅੱਛੀ ਹੈ। ਬਾਕੀ ਮਜ਼ੀਦ ਆਪਾਂ ਸਾਰਿਆਂ ਦੇ ਕੋਲ ਜਾਣਾਂਗੇ ਕਿ ਇਹ ਟਰੈਕਟਰ PTO ਤੇ ਜਦ ਚੱਲਦੇ ਹੁੰਦੇ ਨੇ, ਜਿਵੇਂ ਕਿ ਪੰਜਾਬ ਪਾਕਿਸਤਾਨ ਵਿੱਚ ਥ੍ਰੈਸ਼ਰ ਦਾ ਸੀਜ਼ਨ ਚੱਲ ਰਹੀ ਹੈ, ਇਹ ਟਰੈਕਟਰ ਥ੍ਰੈਸ਼ਰ ਤੇ 4-4 ਦਿਨ ਚੱਲਣ ਦੇ ਬਾਵਜੂਦ ਗਰਮ ਕਿਉਂ ਨਹੀਂ ਹੁੰਦੇ ਔਰ ਡੀਜ਼ਲ ਐਵਰੇਜ ਇਹਨਾਂ ਦੀ ਇੰਨੀ ਅੱਛੀ ਕਿਸ ਤਰ੍ਹਾਂ ਹੈ। अस्सलाम वालेकुम सर। वालेकुम सलाम खिची साहब, की हाल ने? ठीक हो? अल्हम्दुलिल्लाह सर, ਤੁਸੀਂ ਸੁਣਾਓ? अल्हम्दुलिल्लाह थैंक यू वेरी मच। ਤੁਸੀਂ ਸਾਡੇ ਡੀਲਰਸ਼ਿਪ ਤੇ ਤਸ਼ਰੀਫ ਲੈ ਕੇ ਆਏ ਹੋ। मेरा नाम मियाँ अकरम है जी, मैं एज अ डिप्टी मैनेजर सेल्स एंड मार्केटिंग अलगाजी ट्रैक्टर से काम कर रहा। मेरे को 10 ਤੋਂ 12 ਸਾਲ ਦਾ ਐਕਸਪੀਰੀਅੰਸ ਹੈ ਫਾਰਮ ਮੈਕਨਾਈਜੇਸ਼ਨ ਦਾ, ਮਸ਼ੀਨਰੀ 'ਚ ਹੀ ਕੰਮ ਕਰ ਰਹੇ ਹਾਂ ਅਸੀਂ। ਤੇ ਮੈਂ ਬੇਸਿਕਲੀ MSc ਐਗਰੀਕਲਚਰਲ ਇੰਜੀਨੀਅਰ ਹਾਂ ਜੀ, ਯੂਨੀਵਰਸਿਟੀ ਫੈਸਲਾਬਾਦ ਤੋਂ। ਤੇ ਡਿਗਰੀ ਤੋਂ ਬਾਅਦ ਫਿਰ ਚੱਲ ਅਸੀਂ ਲੱਗੇ ਹੋਏ ਹਾਂ ਕਿਸਾਨਾਂ ਨਾਲ। ਮੈਂ ਖੁਦ ਵੀ ਕਿਸਾਨ ਹਾਂ, ਇਸ ਤੋਂ ਹਟ ਕੇ ਇਸ ਜੌਬ ਦਾ। ਬਹੁਤ ਅੱਛਾ ਸਵਾਲ ਹੈ ਤੁਹਾਡਾ ਔਰ ਇਹ ਹਰ ਕਿਸਾਨ ਦੀ ਜ਼ਬਾਨ ਦੱਸੀ ਕਿ ਜੀ ਇਹ ਕੀ ਵਜ੍ਹਾ ਹੈ ਕਿ ਇਹਦੀ ਐਵਰੇਜ ਘੱਟ ਐਗਰੀਕਲਚਰ ਜਾਂ ਜ਼ਿਮੀਂਦਾਰਾਂ ਦੇ ਵਿੱਚ। ਹਾਂਜੀ, ਉਹਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਇੱਧਰ ਆ ਜਾਓ। ਇਹ ਜਿਹੜੀ ਟੈਕਨੋਲੋਜੀ ਹੈ ਸਰ ਜੀ, ਇਹ ਟੈਕਨੋਲੋਜੀ ਹੈ ਇਟਾਲੀਅਨ ਜੀ। ਇਹਦਾ ਜਿਹੜਾ ਇੰਜਨ ਹੈ ਸਰ, ਇਹਦੇ ਵਿੱਚ ਟੈਕਨੋਲੋਜੀ ਬਾਕੀ ਜਿਹੜੇ ਬ੍ਰਾਂਡ ਨੇ ਮੁxtਲਿਫ ਹੈ। ਇੱਕ ਤੁਹਾਨੂੰ ਮੈਂ ਛੋਟੀ ਜਿਹੀ ਐਗਜ਼ਾਮਪਲ, ਵੈਸੇ ਤਾਂ ਇੰਜਨ ਬਹੁਤ ਟੈਕਨੀਕਲ ਹੈ, ਬਹੁਤ ਕੰਪਲੈਕਸ ਹੈ, ਕਿਸੇ ਨੂੰ ਸਮਝ ਵੀ ਨਹੀਂ ਆਏਗਾ। ਤੁਹਾਨੂੰ ਮੈਂ ਸਾਦਾ ਅਲਫਾਜ਼ ਦੱਸਦਾ ਹਾਂ ਸਰ। ਇਹਦੀਆਂ ਇੰਜਨ ਦੀਆਂ ਸਪੈਸੀਫਿਕੇਸ਼ਨਾਂ ਨੇ ਜਿਹੜੀਆਂ ਉਹ ਬਾਕੀ ਟਰੈਕਟਰਾਂ ਤੋਂ ਬਹੁਤ ਅੱਛੀਆਂ ਨੇ। ਟਰੈਕਟਰ ਡੀਜ਼ਲ ਇੰਜਨ ਕੋਈ ਵੀ ਹੋਵੇ ਸਰ, ਉਹ ਹਮੇਸ਼ਾ ਉਹਦੇ ਵਿੱਚ ਤਾਂ ਏਅਰ ਜਾਂਦੀ ਹੈ, ਏਅਰ ਇਗਨਾਈਟ ਕਰਦੀ ਹੈ ਤੇ ਟਰੈਕਟਰ ਸਟਾਰਟ ਹੋ ਜਾਂਦਾ। ਇਹਦੇ ਵਿੱਚ ਦੀ ਕੰਪਰੈਸ਼ਨ ਰੇਸ਼ੋ ਹੈ ਏਅਰ ਦੀ, ਉਹ ਬਾਕੀ ਟਰੈਕਟਰ ਤੋਂ ਅੱਛੀ ਹੈ। ਜਿਹਦੀ ਵਜ੍ਹਾ ਤੋਂ ਇਹਨਾਂ ਤੁਸੀਂ ਫੀਟ ਦਾ ਜਾਂ ਨਿਊ ਹੋਲੈਂਡ ਦਾ ਤੁਸੀਂ ਸਾਊਂਡ ਚੈੱਕ ਕੀਤਾ ਹੋਵੇਗਾ, ਬੜਾ ਕਮਾਲ ਦਾ ਸਾਊਂਡ ਹੈ। ਕਿਉਂ ਆਉਂਦਾ ਵਾ? ਕਿਉਂਕਿ ਜਿਹੜੀ ਤੇਲ ਦੀ ਉਹ ਹੈ ਨਾ ਇਗਨੀਸ਼ਨ ਹੈ, ਜਿਹੜੀ ਜਲਣ ਦੀ ਕੈਪੈਸਿਟੀ ਹੈ ਉਹ ਬਹੁਤ ਅੱਛੀ ਹੈ ਹਵਾ ਦੀ ਵਜ੍ਹਾ ਤੋਂ, ਏਅਰ ਦੀ ਵਜ੍ਹਾ ਤੋਂ। ਡੀਜ਼ਲ ਬੜੀ ਜਲਦੀ ਜਲ ਜਾਂਦਾ ਹੈ। ਹਾਂਜੀ, ਉਹ ਪੂਰਾ ਜਲਦਾ ਵਾ, ਪੂਰਾ ਜਲਦਾ ਵਾ। ਉਹ ਇਹ ਨਹੀਂ ਕਿ ਖਾਲੀ ਛੱਡਦਾ ਵਾ, ਪੂਰਾ ਜਲਣ ਦੀ ਵਜ੍ਹਾ ਤੋਂ ਉਹਦੀ ਜਿਹੜਾ ਸਾਊਂਡ ਹੈ ਉਹ ਬਹੁਤ ਅੱਛਾ ਆਉਂਦਾ ਹੈ ਫੀਟ ਦਾ ਜਾਂ ਨਿਊ ਹੋਲੈਂਡ ਦਾ। ਇੱਕ ਤਾਂ ਇਹ ਵਜ੍ਹਾ ਹੈ। ਉਹਦੇ ਬਾਅਦ ਜਿਹੜਾ ਇਹਦਾ ਸਟ੍ਰੋਕ ਹੈ ਜੀ, ਸਟ੍ਰੋਕ ਇਹਦਾ ਬਾਕੀ ਟਰੈਕਟਰ ਤੋਂ ਹਟ ਕੇ ਹੈ, ਵੱਡਾ ਵਾ ਇਹਦਾ ਸਟ੍ਰੋਕ, ਇਹਦਾ ਛੋਟਾ ਵਾ। ਬਾਕੀ ਇਹਦਾ ਜਿਹੜਾ ਸਟ੍ਰੋਕ ਛੋਟਾ ਹੈ, ਬਾਕੀ ਇਹਦਾ ਜਿਹੜਾ ਹੈ ਉਹ ਸਟ੍ਰੋਕ ਵੱਡਾ ਹੁੰਦਾ ਵਾ, ਬਹੁਤ ਛੋਟਾ ਹੁੰਦਾ ਵਾ। ਅੱਛਾ, ਇਹਦੀ ਵਜ੍ਹਾ ਤੋਂ ਜਿਹੜਾ ਨਾ ਉਹ ਸਾਡੇ ਟਰੈਕਟਰਾਂ ਦਾ ਇੱਕ ਕੂਲਿੰਗ ਸਿਸਟਮ ਹੋ ਗਿਆ, ਇੱਕ ਉਹ ਕੰਪਰੈਸ਼ਨ ਰੇਸ਼ੋ ਹੋ ਗਿਆ ਜੀ, ਇੱਕ ਸਟ੍ਰੋਕ ਹੋ ਗਿਆ। ਉਹਦੀ ਵਜ੍ਹਾ ਤੋਂ ਇਹਦੀ ਜਿਹੜੀ ਫਿਊਲ ਐਫੀਸ਼ੀਐਂਸੀ ਹੈ ਉਹ 25 ਤੋਂ 30% ਬਾਕੀ ਟਰੈਕਟਰ ਤੋਂ ਜ਼ਿਆਦਾ ਹੈ। ਕਰਨਾ ਚਾਹਾਂਗਾ ਕਿ ਜਿਹੜਾ ਥਰਮੋਸਟੇਟ ਵਾਲਵ ਜਿਹਦੇ ਵਿੱਚ ਟੈਂਪਰੇਚਰ ਦੇ ਵਿੱਚ ਬੜਾ ਵੱਡਾ ਕਿਰਦਾਰ ਹੈ ਜੀ, ਟੈਂਪਰੇਚਰ ਮੇਨਟੇਨ ਰੱਖਣ ਵਾਸਤੇ। ਥਰਮੋਸਟੇਟ ਲੋਕ ਜ਼ਿਆਦਾ ਲੋਕ ਇਹ ਵਾਲ ਕੱਢ ਦਿੰਦੇ ਆ। ਇਹ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਇਹਦਾ ਕੰਮ ਕੀ ਹੈ? ਸਰ ਬਿਲਕੁਲ ਨਹੀਂ ਕੱਢਣਾ ਚਾਹੀਦਾ। ਇਹ 1500 2000 ਦਾ ਹੋਏਗਾ। ਕੰਪਨੀ ਹਰ ਸਾਲ 20000 ਟਰੈਕਟਰ ਬਣਾਉਂਦੀ ਹੈ। ਕੰਪਨੀ ਪਾਗਲ ਹੈ, ਹਰ ਟਰੈਕਟਰ ਨੂੰ 2000 ਦਾ ਥਰਮੋਸਟੇਟ ਵਾਲ ਲਾਈ ਜਾਂਦੀ ਹੈ। ਥਰਮੋਸਟੇਟ ਵਾਲ ਇੱਕ ਕੰਟਰੋਲ ਹੈ ਕਿ ਜੋ ਟੈਂਪਰੇਚਰ ਇੰਜਨ ਨੂੰ ਚਾਹੀਦਾ ਵਾ ਉਹ ਉਸੇ ਟੈਂਪਰੇਚਰ ਦੇ ਆਪ ਦੇ ਰੱਖ ਦਿੰਦਾ ਵਾ। ਇਹ ਆਪਰੇਟਰ ਦੀ ਗਲਤ ਸੋਚ ਹੈ ਕਿ ਇਹਨੂੰ ਕੱਢ ਦਿਓ ਸਾਡਾ ਟਰੈਕਟਰ ਠੰਡਾ ਰਹੇਗਾ। ਜਿਸ ਤਰ੍ਹਾਂ ਉਹ ਜਾਲੀ ਜਦੋਂ ਥ੍ਰੈਸ਼ਿੰਗ ਹੁੰਦੀ ਉਹਦੀ ਜਾਲੀ ਖੋਲਦੇ ਨੇ, ਅੱਛਾ ਜਾਲੀ ਦਾ ਕੀ ਹੁੰਦਾ ਹੈ, ਉਹ ਹਵਾ ਕਰਾਸ ਹੋ ਕੇ ਚਲੀ ਜਾਂਦੀ ਐਵੇਂ ਹੀ। ਸਹੀ, ਟੈਕਨੀਕਲੀ ਤੌਰ ਤੇ ਜਾਲੀ ਬੰਦ ਨਹੀਂ ਹੋਣੀ ਚਾਹੀਦੀ, ਹਵਾ ਇਹਨੂੰ ਲੱਗੇਗੀ। ਜਦੋਂ ਜਾਲੀ ਤੁਸੀਂ ਖੋਲਦੇ ਹੋ, ਜੋ ਹੀ ਹਵਾ ਚੱਲਦੀ ਆ ਤੂੜੀ ਮੱਟੀ ਕੱਟਾ ਇੰਜਨ ਨੂੰ ਜਾ ਕੇ ਚਿਪਟ ਜਾਂਦਾ ਹੈ ਜੀ। ਉਹ ਵੀ ਗਲਤ ਗੱਲ ਹੈ, ਉਹ ਵੀ ਨਹੀਂ ਕਰਨਾ ਚਾਹੀਦਾ। ਤੇ ਥਰਮੋਸਟੇਟ ਵਾਲਵ ਵੀ ਨਹੀਂ ਉਤਾਰਨਾ ਚਾਹੀਦਾ। ਇਹ ਟਰੈਕਟਰ ਦੀ ਬਹੁਤ ਅੱਛਾ ਫੀਚਰ ਹੈ, ਇਹਨੂੰ ਬਿਲਕੁਲ ਨਹੀਂ ਉਤਾਰਨਾ ਚਾਹੀਦਾ। ਮੈਂ ਰਿਕੁਐਸਟ ਕਰਾਂਗਾ ਤੁਹਾਡੇ ਚੈਨਲ ਦੇ ਥਰੂ ਇਹਨੂੰ ਬਿਲਕੁਲ ਨਾ ਉਤਾਰੋ ਜੀ ਸਾਹਿਬ। ਅਲਗਾਜ਼ੀ ਟਰੈਕਟਰਸ ਦੇ ਜਿੰਨੇ ਵੀ ਮਾਡਲ ਨੇ 480 ਸਾਦਾ, 480 ਪਾਵਰ ਪਲੱਸ, ਗਾਜ਼ੀ NH 640 ਜੀ, ਇਹ ਜਿੰਨੇ ਵੀ ਮਾਡਲ ਨੇ ਇਹ PTO ਦੇ ਬਾਦਸ਼ਾਹ ਨੇ।
ਥ੍ਰੈਸ਼ਰ ਤੇ ਚਲਾ ਲਓ, ਰੂਟਾਵੇਟਰ ਤੇ ਚਲਾ ਲਓ, ਟਿਊਬਵੈਲ ਤੇ ਚਲਾ ਲਓ, ਪੀਟੀਓ ਦੇ ਕੋਈ ਕੰਮ ਤੇ ਚਲਾ ਲਓ, ਇਹ ਬਾਦਸ਼ਾਹ ਨੇ। ਜੀ। ਇਨ ਸ਼ਾਰਟ ਐਗਰੀਕਲਚਰ ਦੇ ਆਪਰੇਸ਼ਨ ਦੇ ਕੋਈ ਚੀਜ਼ ਚਲਾ ਲਓ, ਇਹ ਬਹੁਤ ਅੱਛੀ ਪਰਫਾਰਮੈਂਸ ਦਿੰਦੇ ਨੇ। ਇਹਦੀ ਇੱਕ ਰੀਜ਼ਨ ਹੈ, ਹਾਂਜੀ ਉਹ ਰੀਜ਼ਨ ਇਹ ਹੈ ਕਿ ਜਿਹੜੀ ਸਾਡੀ ਇੰਜਨ ਦੀ ਤਾਕਤ ਹੈ ਉਹ ਫਲਾਈ ਵੀਲ ਤੇ ਹੈ, ਉਹ ਇੰਜਨ ਤੇ ਨਹੀਂ ਹੈ। ਅੱਛਾ ਜਦੋਂ ਇੰਜਨ ਦੇ ਤੁਸੀਂ ਪਾਵਰ ਨਾਪੋਗੇ, ਅਗਰ ਇਹ ਗਾਜ਼ੀ 65 HP ਦਾ ਹੈ ਹਾਂਜੀ। ਤੇ ਇਹ ਇੰਜਨ ਦੇ ਜ਼ਿਆਦਾ ਹਟ ਕੇ ਸਾਡਾ ਛੋਟੇ ਟਰੈਕਟਰ ਵਿੱਚ ਜਿਹੜਾ ਆਇਲ ਕੈਪੈਸਿਟੀ ਹੈ, ਜਿਹੜਾ ਸੰਪ ਹੈ, ਉਹ 8 ਲੀਟਰ ਦਾ ਹੈ। ਜਿਹੜਾ ਵੱਡਾ ਟਰੈਕਟਰ ਹੈ ਉਹ 12 ਲੀਟਰ ਦੀ ਉਹਦੀ ਆਇਲ ਕੈਪੈਸਿਟੀ ਹੈ। ਜਿਹੜੇ ਬਾਕੀ ਟਰੈਕਟਰ ਦੇ ਪਾਕਿਸਤਾਨ ਵਿੱਚ ਚੱਲ ਰਹੇ ਨੇ, ਉਹਨਾਂ ਦਾ ਵੱਡਾ ਹੈ ਜਾਂ ਛੋਟਾ ਹੈ, ਉਹ 8 ਲੀਟਰ ਹੀ ਹੈ। ਹਾਂ ਹੁਣ ਇੱਕ ਵੱਡਾ ਟਰੈਕਟਰ ਹੈ 85 HP ਦਾ, 75 HP ਦਾ ਜਾਂ 90 HP ਦਾ, ਉਹਦੇ ਵਿੱਚ ਕੂਲਿੰਗ ਸਿਸਟਮ ਦੀ ਵੇਰੀਏਸ਼ਨ ਤੇ ਹੋਣੀ ਚਾਹੀਦੀ ਹੈ ਨਾ। ਸਾਡਾ ਅਗਲਾ ਸਵਾਲ ਹੈ ਕਿ ਜੀ ਉਹਦਾ ਫਾਇਦਾ ਕੀ ਹੋ ਰਿਹਾ ਉਹਨਾਂ ਦਾ। ਜੀ। ਵੇਖੋ 8 ਲੀਟਰ ਜਦੋਂ ਵੱਡੇ ਟਰੈਕਟਰ ਵਿੱਚ ਰੋਟੇਟ ਕਰੇਗਾ, ਜੀ ਉਹਦਾ ਇੰਜਨ ਕੈਪੈਸਿਟੀ ਜ਼ਿਆਦਾ ਹੈ, ਉਹ 4 ਸਿਲੰਡਰ ਹੈ, ਉਹ 75 ਜਾਂ 80 ਜਾਂ 85 HP ਦਾ ਵਾ, ਜੀ। ਉਹਦੀ ਰਿਕੁਆਇਰਮੈਂਟ ਪੂਰੀ ਨਹੀਂ ਕਰੇਗਾ, ਸਹੀ ਉਹ ਗਰਮ ਹੋ ਜਾਏਗਾ। ਜੀ ਜੋ ਹੀ ਉਹਨੂੰ 12 ਲੀਟਰ ਜਾਏਗਾ, ਜੋ ਰਿਕਮੈਂਡੇਸ਼ਨ ਹੈ ਜੀ। ਇੰਟਰਨੈਸ਼ਨਲ, ਉਹ ਜਦੋਂ 12 ਲੀਟਰ ਜਾਏਗਾ ਉਹਦੀ ਕੈਪੈਸਿਟੀ ਪੂਰੀ ਕਰਦਾ ਹੈ, ਇੰਜਨ ਗਰਮ ਹੀ ਨਹੀਂ ਹੁੰਦਾ। ਇਹਦੀ ਵਜ੍ਹਾ ਤੋਂ 12 ਲੀਟਰ ਦੀ ਵਜ੍ਹਾ ਤੋਂ ਆਇਲ ਮੋਬਾਈਲ ਆਇਲ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਕੂਲਿੰਗ ਸਿਸਟਮ ਐਫੀਸ਼ੀਐਂਟ ਹੋਣ ਦੀ ਵਜ੍ਹਾ ਤੋਂ ਸਾਡੇ ਟਰੈਕਟਰ ਗਰਮ ਨਹੀਂ ਹੁੰਦੇ। 4-4 5-5 ਦਿਨ ਚਲਾਈ ਰੱਖੋ। ਫਿਰ ਡੀਜ਼ਲ ਐਵਰੇਜ ਵੀ ਅੱਛੀ ਆਉਂਦੀ ਹੈ ਔਰ ਆਇਲ ਵੀ ਨਹੀਂ ਖਾਂਦਾ ਇੰਜਨ। ਸਰ ਵੇਖੋ ਡੀਜ਼ਲ ਤੇ ਇੰਜਨ ਦਾ ਖਾਸਾ ਹੈ, ਇਹਨਾਂ ਦੀ ਜਿਹੜੀ ਅੰਦਰ ਜਿਹੜੀ ਟੈਕਨੋਲੋਜੀ ਹੈ ਇਹ ਖਾਸਾ ਹੈ ਕਿ ਇਹ 25 ਤੋਂ 30% ਜੀ ਆਪਣੇ ਜਿਹੜੇ ਬਾਕੀ ਟਰੈਕਟਰ ਯੂਜ਼ ਹੋ ਰਹੇ ਨੇ ਪਾਕਿਸਤਾਨ ਵਿੱਚ, ਉਹਨਾਂ ਤੋਂ 25 ਤੋਂ 30% ਘੱਟ ਐਵਰੇਜ ਹੈ। ਡੀਜ਼ਲ ਬਹੁਤ ਅੱਛਾ ਟਰੈਕਟਰ ਮੈਂ ਕਾਊਂਟ ਕਰਦਾ ਹਾਂ ਉਹਨੂੰ। ਸਹੀ ਉਹ ਪਾਵਰ ਸਟੀਅਰਿੰਗ ਹੈ ਸਰ। ਉਹਦੇ ਬਾਅਦ ਜਿਹੜੇ ਉਹਦੇ ਟਾਇਰ ਨੇ, ਹਾਂਜੀ ਆਗਾਜ਼ੀ ਵਾਲੇ ਟਾਇਰ ਨੇ, ਇਹ 12/4/28 ਦੇ ਟਾਇਰ ਨੇ, ਹਾਂ, ਹਾਂ। ਇਹ 14/9/28 ਦੇ ਟਾਇਰ ਨੇ। ਠੀਕ ਇਹ ਟਾਇਰ ਇਹਨੂੰ ਲੱਗੇ ਨੇ। ਟਾਇਰ ਵੀ ਬੜਾ ਆ ਗਿਆ, ਪਾਵਰ ਸਟੀਅਰਿੰਗ ਵੀ ਆ ਗਿਆ, ਕਰਾਪੀਨੀਅਨ ਵੀ ਚੇਂਜ ਹੈ ਜੀ। ਅੱਛਾ ਇਹਦੇ ਵਿੱਚ ਹੈ 1247 ਦਾ ਕਰਾਪੀਨੀਅਨ, ਜਿਹੜਾ 480 ਪਾਵਰ ਪਲੱਸ ਹੈ ਉਹਦੇ ਵਿੱਚ 1447 ਦਾ ਕਰਾਪੀਨੀਅਨ ਹੈ। ਜਿਹਦੀ ਵਜ੍ਹਾ ਤੋਂ ਉਹਦੀ ਸਪੀਡ ਵੱਧ ਜਾਂਦੀ ਹੈ ਰੋਡ ਤੇ, ਜਿਹਦੀ ਵਜ੍ਹਾ ਤੋਂ ਉਹਦੀ ਫੀਡ ਕੈਪੈਸਿਟੀ ਵੱਧ ਜਾਂਦੀ ਹੈ, ਜਿਹਦੀ ਵਜ੍ਹਾ ਤੋਂ ਉਹ ਟਰਾਲੀ ਤੇ ਵੀ ਕਾਮਯਾਬ ਆ, ਉਹ ਐਗਰੀਕਲਚਰ ਤੇ ਵੀ। ਨਵੇਂ ਮਾਡਲ ਦਾ ਵੀ ਸਾਡੀ ਵਰਕਿੰਗ ਹੋ ਰਹੀ ਹੈ, ਰਿਸਰਚ ਹੋ ਰਹੀ ਹੈ, ਉਹ ਵੀ ਅਸੀਂ ਜਲਦ ਇਨਸ਼ਾਅੱਲਾ 1-2 ਮਹੀਨੇ 'ਚ ਲਾਂਚ ਕਰ ਦੇਵਾਂਗੇ। 85 HP ਦਾ ਟਰੈਕਟਰ, ਜਿਹੜਾ ਕਿ ਉਹ ਸਟੇਟ ਆਫ ਦਾ ਆਰਟ ਟਰੈਕਟਰ ਹੋਏਗਾ ਔਰ ਉਹਦੇ ਵਿੱਚ ਫਾਰਮਰ ਦੀ ਜੋ ਰਿਕੁਆਇਰਮੈਂਟ ਹੈ, ਬਹੁਤ ਅੱਛੇ ਗੈਜਟਸ ਨਾਲ, ਬਹੁਤ ਅੱਛੇ ਫੀਚਰਸ ਨਾਲ, ਉਹ ਅਸੀਂ ਲਾਂਚ ਕਰਾਂਗੇ ਇਨਸ਼ਾਅੱਲਾ। ਉਹਦੇ ਬਾਅਦ ਤੁਸੀਂ ਆਓ, ਇਹ ਫਰੰਟ ਐਕਸਲ ਹੈ, ਇਹ ਟੈਲੀਸਕੋਪਿਕ ਫਰੰਟ ਐਕਸਲ ਹੈ ਜੀ। ਇਹਦੇ ਤੁਸੀਂ ਅਗਰ ਐਂਡ ਚੇਂਜ ਕਰੋਗੇ ਤੇ ਇਹ ਟਰੈਕਟਰ ਉੱਚਾ ਵੀ ਹੋ ਜਾਏਗਾ। ਟਰੈਕਟਰ ਮੁਖਤਸ ਕਰਨਾ ਵਾ ਸਪਰੇ ਵਾਸਤੇ, ਕਿਉਂਕਿ ਕੀੜਾ ਬਹੁਤ ਜਲਦੀ ਜਦੋਂ ਅਟੈਕ ਕਰਦਾ ਹੈ ਤੇ ਸਾਡੀ ਕਾਟਨ ਦੀ ਫਸਲ ਹੈ, ਚਾਹੇ ਉਹ ਸਾਡੀ ਫਸਲ ਮੱਕੀ ਦੀ ਹੋਵੇ, ਖਰਾਬ ਹੋ ਜਾਂਦੀ ਹੈ। ਜੀ ਇਹਦੇ ਨਾਲ ਫਾਇਦਾ ਕੀ ਹੋਏਗਾ? ਸਪਰੇ ਅੱਛੀ ਹੋਏਗੀ। ਜੀ ਸਪਰੇ ਬਿਲਕੁਲ ਪੌਦੇ ਦੇ ਉੱਤੇ ਹੋਏਗੀ, ਉਹਦਾ ਜਿਹੜਾ ਟਾਪ ਵਿਊ ਹੈ ਪੌਦੇ ਦਾ ਉਹਦੇ ਉੱਤੇ ਹੋਏਗੀ, ਉੱਚਾ ਹੋਏਗਾ। ਇਹਨਾਂ ਤੁਸੀਂ ਫਰੰਟ ਐਂਡ ਚੇਂਜ ਕਰਨੇ ਨੇ ਜੀ, ਹੋ ਗਿਆ। ਫਿਰ ਜਿਸ ਤਰ੍ਹਾਂ ਇਹ ਜੜਿਆ ਹੋਇਆ ਵਾ ਵੈਸੇ ਜੜਿਆ ਜਾਏਗਾ। ਠੀਕ ਹੋ ਗਿਆ, ਆਸਾਨ ਹੈ, ਬਹੁਤ ਆਸਾਨ ਹੈ। ਉਹਦੇ ਬਾਅਦ ਜਿਹੜੀ ਇਹ ਪਿਛਲਾ ਹਿੱਸਾ ਹੈ ਜੀ, ਹਾਂਜੀ ਇਹ ਤੁਸੀਂ ਵੇਖੋ ਪਿਛਲਾ ਹਿੱਸਾ ਹੈ ਜਿਹੜਾ, ਇਹ ਵੇਖੋ, ਇਹ ਜਿਹੜਾ ਹਿੱਸਾ ਹੈ ਇਹ ਟਰਨ ਹੋ ਕੇ ਇੰਜ ਆ ਜਾਏਗਾ। ਹਾਂਜੀ ਇਹ ਕੋਈ ਤਕਰੀਬਨ 9 ਤੋਂ 10 ਇੰਚ ਟਰੈਕਟਰ ਉੱਚਾ ਹੋ ਜਾਏਗਾ ਮੌਜੂਦਾ ਸਟੇਟ ਤੋਂ। ਯਾਨੀ ਕਿ ਟਿਊਬ ਨੂੰ ਆਪਾਂ ਫੇਰ ਦੇਵਾਂਗੇ। ਫੇਰ ਦੇਵਾਂਗੇ। ਇੱਕ ਹੋਰ ਗੱਲ, ਇਹ ਸਾਡਾ ਮਤਲਬ ਟਰਾਂਸਮਿਸ਼ਨ ਸਿਸਟਮ ਆ ਰਿਹਾ ਸਾਰਾ ਨਾ, ਇਹ ਕਾਂਸਟੈਂਟ ਮੈਸ਼ ਟਰਾਂਸਮਿਸ਼ਨ ਸਿਸਟਮ ਹੈ ਸਾਰਾ। ਬਾਕੀ ਟਰੈਕਟਰਾਂ 'ਚ ਇਹ ਨਹੀਂ ਹੈ। ਤੁਸੀਂ ਚੱਲਦੇ ਬਗੈਰ ਸਟਾਪ ਕੀਤੇ ਗੇਅਰ ਚੇਂਜ ਕਰ ਸਕਦੇ ਹੋ, ਜਿਸ ਤਰ੍ਹਾਂ ਤੁਸੀਂ ਗੱਡੀਆਂ 'ਚ ਕਰਦੇ ਹੋ। ਅੱਛਾ, ਬਾਕੀ ਟਰੈਕਟਰਾਂ 'ਚ ਇਹ ਮਤਲਬ ਇਹ ਕੁਆਲਿਟੀ ਨਹੀਂ ਹੈ। ਇਹ ਸਿਰਫ ਅਲਗਾਜ਼ੀ ਟਰੈਕਟਰ ਦੀ ਕੁਆਲਿਟੀ ਹੈ, ਕਾਂਸਟੈਂਟ ਮੈਸ਼ ਦੀ ਵਜ੍ਹਾ ਤੋਂ। ਜ਼ਰੂਰਤ ਨਹੀਂ ਹੈਗੀ। ਹਾਂਜੀ, ਕਾਂਸਟੈਂਟ ਮੈਸ਼ ਦੀ ਵਜ੍ਹਾ ਤੋਂ। ਅੱਛਾ, ਇਹ ਸਿਸਟਮ ਸਾਰੇ ਮਾਡਲਾਂ ਵਿੱਚ ਹੀ ਹੈ ਜਾਂ ਇਕੱਲੇ ਇਹਦੇ ਨਹੀਂ, ਵਿੱਚ? ਸਾਰੇ ਇਹ ਕਾਂਸਟੈਂਟ ਮੈਸ਼ ਪੂਰੇ ਅਲਗਾਜ਼ੀ ਦੇ ਜਿੰਨੇ ਵੀ ਮਾਡਲ ਸਾਰੇ ਐ ਚ ਹੈ। ਬਾਅਦ ਸਾਨੂੰ ਇਹਦੇ ਬਾਰੇ ਥੋੜਾ ਸਮਝਾ ਜੋ, ਜਿਹੜਾ ਜੀ। ਇਹਦੇ ਸੈਂਸਰ ਹੈਗੇ ਹੈ। ਜੀ ਸਰ, ਜਿਹੜੀ ਟਰੈਕਟਰ ਦੀ ਆਰਪੀਐਮ ਨੇ ਜਦੋਂ 2250 ਆਰਪੀਐਮ ਤੇ ਜਾਏਗਾ, ਜੀ ਹਮੇਸ਼ਾ ਥ੍ਰੈਸ਼ਰ ਨੂੰ ਮੈਕਸਿਮਮ ਆਰਪੀਐਮ ਤੇ ਚਲਾਓ ਜੀ ਤਾਂ ਕਿ ਟਰੈਕਟਰ ਤੇ ਲੋਡ ਨਾ ਆਏ। ਹੁਣ ਇਹਦੇ ਚੱਕਰ ਨੇ 540, ਇਹ 6 ਸਪਲਾਈਨ, ਅਸੀਂ ਇਹਨੂੰ ਪੀਟੀਓ ਕਹਿੰਦੇ ਆ, ਇਹ 540 ਚੱਕਰ ਨੇ ਇਹਦੇ। ਅੱਛਾ ਜੀ, ਪਾਕਿਸਤਾਨ ਦੇ ਜਿੰਨੀਆਂ ਵੀ ਥ੍ਰੈਸ਼ਰਾਂ ਨੇ ਜੀ ਉਹ ਫੀਏਟ ਜਾਂ ਨਿਊ ਹਾਲੈਂਡ ਟੈਕਨੋਲੋਜੀ ਦੇ ਤਹਿਤ ਉਹਦੀਆਂ ਪੁੱਲੀਆਂ ਡਿਜ਼ਾਈਨ ਕੀਤੀਆਂ ਗਈਆਂ ਨੇ ਥ੍ਰੈਸ਼ਰ ਦੀਆਂ। ਜੀ। ਇਹਦੀ ਵਜ੍ਹਾ ਤੋਂ ਥ੍ਰੈਸ਼ਰ ਜਿਹੜੀ ਹੈ ਉਹ ਕੰਪੈਟੀਬਲ ਹੈ ਅਲਗਾਜ਼ੀ ਟਰੈਕਟਰਸ ਦੇ। ਸਹੀ ਜੀ। ਉਹ ਜੋ ਕੋਈ ਵੀ ਥ੍ਰੈਸ਼ਰ ਤੁਸੀਂ ਚਲਾਓਗੇ ਅਲਗਾਜ਼ੀ ਨਾਲ, ਉਹ ਕਾਮਯਾਬ ਹੋ ਜਾਏਗੀ, ਟਰੈਕਟਰ ਗਰਮ ਨਹੀਂ ਹੋਏਗਾ, ਸਹੀ। ਜਾ ਕੇ ਬਾਕੀ ਟਰੈਕਟਰ ਗਰਮ ਹੋ ਜਾਂਦੇ ਨੇ। ਹਾਂਜੀ। ਇਹਦੀ ਵਜ੍ਹਾ ਇਹ ਹੈ। ਦੂਜੀ ਵਜ੍ਹਾ ਇਹਦੀ ਜਨਾਬ, ਤੁਸੀਂ ਮੇਰੇ ਤੋਂ ਸੈਂਸਰ ਪੁੱਛਿਆ ਵਾ, ਇਹ 3 ਸੁਰਾਖ ਨੇ, ਇਹ ਕਿਉਂ ਨੇ? ਹਾਂਜੀ, ਇਹ ਕੰਪਨੀ ਨੇ ਕਿਉਂ ਬਣਾਏ ਨੇ? ਹਾਂਜੀ, ਇਹ ਕਿਹੜਾ ਜਿਹੜਾ ਨਾ ਕਾਫੀ ਮੈਂ ਦੇਖਿਆ ਹੈ ਵੀ ਡਰਾਈਵਰ ਹਜ਼ਰਾਤ ਸੈਂਟਰ ਵਾਲੇ ਸੁਰਾਖ ਵਿੱਚ ਜਿਹੜਾ ਨਾ ਪਿੰਨ ਡਾਲਦੇ ਆ ਜੀ। ਇਹ ਬਾਕੀ ਜਿਹੜੇ 3 ਸੁਰਾਖ ਹੈ ਨੇ, ਜੀ। ਬਕਾਇਆ 2 ਸੁਰਾਖ ਰਹਿ ਗਏ। ਇਹ 3 ਸੁਰਾਖ ਕੀ ਕੰਮ ਕਰਦੇ ਨੇ ਜੀ? ਸਰ, ਇਹ ਤਿੰਨੋਂ ਸੈਂਸਰਸ ਨੇ। ਜੀ। ਇਹ ਦੱਸਦੇ ਨੇ ਹਾਈਡ੍ਰੋਲਿਕ ਨੂੰ ਕਿ ਕਿੰਨੀ ਤਾਕਤ ਚਾਹੀਦੀ ਹੈ, ਕਿੰਨੀ ਜੀ। ਪਾਵਰ ਚਾਹੀਦੀ ਹੈ। ਜੀ। ਜਿਹੜਾ ਟਾਪ ਵਾਲਾ ਸੁਰਾਖ ਹੈ ਜਨਾਬ, ਇਹ ਜੀ। ਲਿਖਿਆ ਵੀ ਹੈ ਲਾਈਟ। अगर लाइट ड्राफ्ट है, लाइट खिंचाई है, हाँ जी। जमीन सैंडी है,
ਸਹੀ। ਰੇਤਲੀ ਜ਼ਮੀਨ ਹੈ ਜੀ। ਤੇ ਉੱਤੇ ਪਾਓ। ਅੱਛਾ ਅਗਰ ਜ਼ਮੀਨ ਸਖਤ ਹੈ, ਹਾਂਜੀ भारी मेरा ज़मीन है सही। तो थले पाओ, हैवी ड्राफ्ट है। हाँ जी। अगर ज़मीन थोड़ी दरमियानी है हाँ जी। तो फिर दरमियान च पाओ। ठीक इन नाल की फ़ायदा होएगा, अगर हल्की ज़मीन है ट्रैक्टर से जोर नहीं आएगा, अगर भारी ज़मीन है फिर भी ट्रैक्टर से जोर नहीं आएगा और हाइड्रोलिक भी वो भी स्मूथली चलेगा। जी स्मूथली तो चलेगा। सर ਇਹ ਜਿਹੜੀ ਚੀਜ਼ ਖੜੀ ਹੈ ਨਾ, ਇਹ ਤਕਰੀਬਨ ਮੇਰਾ ਖਿਆਲ ਆਪਣੇ ਸਾਰੇ ਮਾਡਲਾਂ ਦੇ ਵਿੱਚ ਹੈ ਔਰ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਕੀ ਚੀਜ਼ ਹੈ। ਇਹਦੇ ਬਾਰੇ ਤੁਸੀਂ ਦੱਸਦੇ ਚਲੋ ਵੀ ਇਹ ਕੀ ਚੀਜ਼ ਹੈ ਔਰ ਇਹ ਕਿਵੇਂ ਕੰਮ ਕਰਦੀ ਹੈ ਔਰ ਇਹਦੇ ਤੋਂ ਕੀ ਕੰਮ ਲੈ ਸਕਦੇ ਹਾਂ। ਸਰ ਇਹ ਹਾਈਡ੍ਰੋਲਿਕ ਦੀ ਸੈਂਸਿਟੀਵਿਟੀ ਹੈ ਜੀ ਤੁਸੀਂ ਵੇਖਿਆ ਹੋਵੇਗਾ ਕਿ ਸਮ ਟਾਈਮ ਤੁਹਾਡਾ ਜਿਹੜਾ ਹਾਈਡ੍ਰੋਲਿਕ ਹੈ ਲਿੰਕਾਂ ਨੇ ਠਕ 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 ਕਰੀ ਆਉਂਦੀਆਂ ਨੇ, ਹਾਂਜੀ। ਉਹ ਸੈਂਸਿਟੀਵਿਟੀ ਜ਼ਿਆਦਾ ਸ਼ੋ ਕਰੀ ਆਉਂਦੀਆਂ ਨੇ। ਉਹ ਸਾਡੇ ਕਿਸਾਨ ਬਰਾਗੀ ਕਰਦੇ ਨੇ, ਥੱਲੇ ਜ਼ਿਆਦਾ ਲੈ ਜਾਂਦੇ ਨੇ। ਠੀਕ ਹੋ ਗਿਆ, ਜੀ, ਜੀ। ਥੱਲੇ ਜ਼ਿਆਦਾ ਸੈਂਸਿਟੀਵਿਟੀ बढ़ा देने सही। ओके फिर छोटा जा भी वो सख्त पहले लाइट आ गई फिर हार्ड जमीन आ गई, हाँ। वो छोटा जा भी सेंस करेगा ना, जी। वो ठक ठक ज़्यादा करेगा। सही। इन कोशिश करोगे इन दरमियान च ही रखो, ਸਹੀ ਇੱਥੇ ਦਰਮਿਆਨ ਵਿੱਚ ਰੱਖੋ ਤਾਂ ਕਿ ਤੁਹਾਡੀ ਜਿਹੜੀ ਸੈਂਸਿਟੀਵਿਟੀ ਉਹਦਾ ਇਸ਼ੂ ਨਾ ਆਏ ਤੁਹਾਡੇ ਹਾਈਡ੍ਰੋਲਿਕ ਨੂੰ। ਅੱਛਾ ਸਰ ਇਹਦੇ ਵਿੱਚ ਇੱਕ ਹੋਰ ਖਾਸੀਅਤ ਵੀ ਹੈ, ਇਹ ਸਾਡਾ ਜਿੰਨੇ ਵੀ ਅਲਗਾਜ਼ੀ ਦੇ ਟਰੈਕਟਰ ਨੇ ਡੂਅਲ ਕਲਚ ਨੇ। ਹਾਂਜੀ ਅੱਛਾ ਹੁਣ ਤੁਸੀਂ ਟਰੈਕਟਰ ਨੂੰ ਸਟਾਪ ਕਰਨਾ ਹੈ, ਜੀ। ਬਾਕੀ ਜਿਹੜੇ ਟਰੈਕਟਰ ਨੇ ਤੁਸੀਂ ਚੜੋਗੇ ਹਾਂਜੀ ਕਲਚ ਦਬਾਓਗੇ ਕਿਉਂਕਿ ਹੱਥ ਨਾਲ ਕਲਚ ਨਹੀਂ ਜਾਏਗਾ, ਹਾਂਜੀ, ਨਹੀਂ ਤੁਸੀਂ ਦਬਾਏਗਾ। ਚੜੋਗੇ ਪੈਰ ਨਾਲ ਕਲਚ ਦਬਾਓਗੇ ਤੇ ਟਰੈਕਟਰ ਰੁਕੇਗਾ। ਹਾਂਜੀ। ਲੇਕਿਨ ਜਿਹੜੇ ਸਾਡੇ ਟਰੈਕਟਰ ਨੇ ਤੁਸੀਂ ਜਾਣਾ ਹੈ ਇਹਨੂੰ ਉੱਤੇ ਕਰ ਦੇਣਾ ਹੈ ਹਾਂਜੀ ਕਲਚ ਨੂੰ। ਇਹ ਸਾਡਾ ਇੰਡੀਪੈਂਡੈਂਟ ਕਲਚ ਹੈ ਜੀ, ਯਾਨੀ ਕਿ ਬੜਾ ਈਜ਼ੀ ਜਿਹਾ ਕੰਮ। ਬੜਾ ਈਜ਼ੀ ਜਿਹਾ ਕੰਮ ਹੈ। ਤੁਹਾਡਾ ਟਰੈਕਟਰ ਜਿਹੜਾ ਇਹਦਾ ਪੀਟੀਓ ਜਿਹੜਾ ਹੈ ਰੁਕ ਜਾਏਗੀ, ਤੁਹਾਡੇ ਟਰੈਕਟਰ ਨੂੰ ਕੁਝ ਵੀ ਨਹੀਂ ਹੋਏਗਾ। ਐਮਰਜੈਂਸੀ ਦੇ ਵਿੱਚ ਅਗਰ ਰੋਕਣਾ ਪੈ ਜਾਂਦਾ ਟਰੈਕਟਰ ਤੇ ਭੱਜ ਕੇ ਪਹਿਲੇ ਸੀਟ ਤੇ ਚੜੋ ਫਿਰ ਹਾਂ। ਕਲਚ ਦਬਾਓ। ਹਾਂ ਉਹਦੇ ਨਾਲ ਬੈਸਟ ਹੈ ਕਿ ਤੁਸੀਂ ਫੌਰੀ ਆਣਾ, ਫੌਰੀ ਆਇਆ ਤੁਸੀਂ ਮਸ਼ੀਨ ਨੂੰ ਬੰਦ ਕਰ ਦਿਓ, ਬਸ ਹਾਂ। ਮਸ਼ੀਨ ਨੂੰ ਬੰਦ ਕਰ ਦਿਓ। ਇਹ ਬੜਾ ਫਾਇਦਾ ਜੀ ਇਹਦਾ। ਯਾਨੀ ਕਿ ਇਹ ਆਪਣੇ ਟਰੈਕਟਰ ਦਾ ਵਾਧਾ ਹੈ। ਸਰ ਇਹ ਬਹੁਤ ਵੱਡਾ ਐਜ ਹੈ, ਹਾਂਜੀ ਬਹੁਤ ਵੱਡਾ ਐਜ ਹੈ। ਇਹ ਲਾਈਵ ਪੀਟੀਓ ਕਹਿੰਦੇ ਆ ਅਸੀਂ। ਉਹ ਤੁਸੀਂ ਵੇਖਿਆ ਹੋਗਾ ਜਿਹੜੇ ਬਾਕੀ ਟਰੈਕਟਰ ਨੇ, ਉਹ ਜਦੋਂ ਤੁਸੀਂ ਮੋੜ ਕੱਢਦੇ ਹੋ ਜਾਂ ਟਰੈਕਟਰ ਨੂੰ ਸਟਾਪ ਕਰਦੇ ਹੋ, ਪਹਿਲੇ ਟਰੈਕਟਰ ਸਟਾਪ ਹੋਏਗਾ ਫਿਰ ਰੂਟਾਵੇਟਰ ਸਟਾਪ ਹੋਏਗਾ। ਹਾਂਜੀ। ਇਹਨਾਂ ਤੁਸੀਂ ਰੂਟਾਵੇਟਰ ਨੂੰ ਵੀ ਸਟਾਪ ਕਰ ਸਕਦੇ ਹੋ, ਟਰੈਕਟਰ ਨੂੰ ਵੀ ਸਟਾਪ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ ਆਪਣੀ ਕਿ ਤੁਸੀਂ ਕਿਹਨੂੰ ਸਟਾਪ ਕਰਨਾ ਹੈ। ਜੀ ਬਿਲਕੁਲ ਜ਼ਬਰਦਸਤ। ਜੀ ਸਾਹਿਬ ਸਾਡਾ ਜਿਹੜਾ ਹਾਈਡ੍ਰੋਲਿਕ ਪੰਪ ਹੈ ਉਹ ਬਾਹਰ ਲੱਗਾ ਵਾ। ਇਹਦੇ ਇਲਾਵਾ ਸਾਡੇ ਦੋ ਕਲਚ ਨੇ, ਅਸੀਂ ਇਹਨੂੰ ਡੂਅਲ ਕਲਚ ਕਹਿੰਦੇ ਆ। ਜੀ। ਪੀਟੀਓ ਦਾ ਕਲਚ ਲੈਂਦਾ ਵਾ, ਟਰੈਕਟਰ ਦਾ ਕਲਚ ਲੈਂਦਾ ਵਾ। ਅਗਰ ਕੋਈ ਐਮਰਜੈਂਸੀ ਆ ਜਾਂਦੀ ਹੈ, ਤੁਸੀਂ ਜਾ ਕੇ ਟਰੈਕਟਰ ਰੋਕਣਾ ਹੈ, ਮਸ਼ੀਨ ਰੋਕਣੀ ਹੈ ਤੇ ਇੱਕ ਕਲਚ ਨੱਪੋ, ਹਾਂਜੀ ਦੂਜਾ ਕਲਚ ਦੀ ਦੱਪਣ ਦੀ ਲੋੜ ਹੀ ਕੋਈ ਨਹੀਂ ਹੈਗੀ। ਹੁਣ ਕਲਚ ਉਸ ਸਾਈਡ ਤੇ ਹੈ, ਅਗਰ ਮੈਂ ਉਸ ਸਾਈਡ ਤੇ ਜਾਵਾਂ, ਜੀ मैं अगर मशीन रोकनी भी है तो मैं हाथ नाल तो नहीं रोकांगा ना, जी। लेकिन मैं हाथ नाल शाफट अपनी रोक सकता हूँ इस पीटीओ नाल ना, जी। इस क्लच नाल। ਸਰ ਸਾਨੂੰ ਇਹ ਦੱਸਦੇ ਚਲੋ ਕਿ ਡੀਟੀਓ ਔਰ ਪੀਟੀਓ ਦੇ ਵਿੱਚ ਕੀ ਫਰਕ ਹੈ। पीटीओ का मतलब है पावर टेक ऑफ, ਜੀ डीटीओ का मतलब है डायरेक्ट टेक ऑफ। ਜੀ डायरेक्ट टेक ऑफ का मतलब है कि इंजन ਤੋਂ शाफट डायरेक्ट आ रही है। ਜੀ पीटीओ का मतलब पावर टेक ऑफ, ਇਹ ਦਰਮਿਆਨ ਵਿੱਚ ਜਿਹੜੇ ਸਾਡੇ ਸੈਂਟਰ ਦਾ ਹਿੱਸਾ ਹੈ ਹਾਂਜੀ। ਉੱਤੋਂ ਫਿਰ ਅਸੀਂ ਇੱਕ ਸ਼ਾਫਟ ਕੱਟ ਕੇ ਤੇ ਫਿਰ ਪਿੱਛੇ ਲੈ ਕੇ ਆਉਂਦੇ ਹਾਂ। ਇਹਨਾਂ ਦੇ Material- ਵਿੱਚ ਮੈਂ ਇੱਕ ਸੁਜੈਸ਼ਨ ਦੇਣਾ ਚਾਹਾਂਗਾ ਤੁਹਾਨੂੰ। ਇਹ ਟਿਊਬਾਂ ਦੇ ਵਿੱਚ ਨਾ ਵੇਖੋ ਇੱਕ ਨਟ ਲੱਗਾ ਵਾ, ਆ ਨਟ ਲੱਗਾ ਵਾ। ਜੀ ਅਮੂਮੀ ਤੌਰ ਤੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਇਸ ਨਟ ਨੂੰ ਖੋਲਣਾ ਚਾਹੀਦਾ ਵਾ। ਸਹੀ ਹਵਾ ਨਿਕਲ ਜਾਏਗੀ, ਇਹਦੇ ਵਿੱਚ ਸ਼ੋਰ ਨਹੀਂ ਆਏਗਾ, ਫਿਰ ਨਟ ਤੁਸੀਂ ਕੁੱਟਦੇ ਹੋ। ਅੱਛਾ ਇਹ ਇਹਦਾ ਇੱਕ ਆਪਸ਼ਨ ਹੈ ਜਿਹੜਾ ਕਿ ਯਾਨੀ ਕਿ ਬਹੁਤ ਲੀਕੇਜ ਬਹੁਤ ਨਹੀਂ ਸਾਰੇ ਕਰੇ- ਕਿਸਾਨਾਂ ਨੂੰ ਪਤਾ ਲੀਕੇਜ ਨਹੀਂ ਨਹੀਂ ਹੈ। ਕਰੇਗਾ। ਲੀਕੇਜ ਨਹੀਂ ਕਰੇਗਾ, ਆਵਾਜ਼ ਨਹੀਂ ਕਰੇਗਾ, ਅੱਛਾ। ਇਹਦੀ ਜਿਹੜੀ ਅੰਦਰ ਗੈਸ ਪੈਦਾ ਹੋਏਗੀ ਉਹ ਨਿਕਲ ਜਾਏਗੀ। ਅੱਛਾ ਇਹ ਇਹਦਾ ਇੱਕ ਜਿਹਦਾ ਫਰਕ ਹੈ। ਅੱਛਾ ਉਹ ਅਕਸਰ ਕਿਉਂਕਿ ਇਹਦੇ ਵਿੱਚ ਗਰਾਰਿਆਂ ਵਾਲਾ ਸਿਸਟਮ ਹੈਗਾ ਹੈ ਜੀ। ਤੇ ਲੋਕ ਇਹ ਕਹਿੰਦੇ ਆ ਵੀ ਆਵਾਜ਼ ਆਉਣ ਲੱਗ ਪੈਂਦੀ, ਆਵਾਜ਼ ਫਿਰ ਇਸ ਹਾਂਜੀ ਹਾਂਜੀ ਇਹ ਤੁਸੀਂ ਅਮਲ ਕਰੋ ਜਾ ਕੇ, ਤੁਸੀਂ ਦੱਸੋ ਆਪਣੇ ਕਿਸਾਨਾਂ ਨੂੰ ਕਿ ਨਟ ਖੋਲੋ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਇਹਦੀ ਗੈਸ ਬਾਹਰ ਕੱਢੋ। ਅਕਰਮ ਸਾਹਿਬ ਇਹ ਨਾ ਛੋਟੀਆਂ ਛੋਟੀਆਂ ਚੀਜ਼ਾਂ ਹਨ ਤੇ ਕਿਸਾਨਾਂ ਵਾਸਤੇ ਬੜੀਆਂ ਮੁਫੀਦ ਨੇ ਜੀ। ਜਿਹੜੀਆਂ ਤੁਸੀਂ ਦੱਸ ਰਹੇ ਹੋ। ਦੋਸਤੋ ਮਾਸ਼ਾਅੱਲਾ ਤੁਸੀਂ ਪੂਰੀ ਵੀਡੀਓ ਦੇਖੀ ਹੈ ਔਰ ਸਰ ਉਰੀ ਆਪਾਂ ਨੂੰ ਬੜਾ ਅੱਛੀ ਤਰ੍ਹਾਂ ਸਮਝਾਇਆ। ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਨਾ ਉਹ ਦਸੀਆਂ ਨੇ ਔਰ ਆਪਾਂ ਅੱਗੇ ਪੀਟੀਓ ਦਾ ਔਰ ਜ਼ਿਮੀਦਾਰਾਂ ਦਾ ਬਾਦਸ਼ਾਹ ਤਾਂ ਨਿਊਲੈਂਡ ਟਰੈਕਟਰ ਹੈ ਹੀ ਹੈ, ਲੇਕਿਨ ਇਹਨਾਂ ਚੀਜ਼ਾਂ ਤੇ ਅਮਲ ਕਰਕੇ ਆਪਾਂ ਹੋਰ ਵੀ ਇਹਨਾਂ ਟਰੈਕਟਰਾਂ ਦੀ ਐਵਰੇਜ ਅੱਛੀ ਲੈ ਸਕਨੇ ਹਾਂ ਔਰ ਇਸ ਟਰੈਕਟਰ ਤੋਂ ਬੈਨੀਫਿਟ ਹਾਸਲ ਕਰ ਸਕਨੇ ਹਾਂ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਦੋਸਤਾਂ ਨਾਲ ਜਨਾਬ ਸ਼ੇਅਰ ਕਰਨੀ ਹੈ, ਲਾਈਕ ਕਰਨੀ ਹੈ। ਸਰ ਤੁਹਾਡਾ ਵੀ ਬਹੁਤ ਸ਼ੁਕਰੀਆ, ਆਪਣਾ ਕੀਮਤੀ ਟਾਈਮ ਦਿੱਤਾ। ਜੀ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਤਸਵੀਰ ਲੈ ਕੇ ਆਏ ਹੋ ਇੱਥੇ। ਸਾਡਾ ਤਾਂ ਕੰਮ ਹੈ ਫਾਰਮਰ ਨੂੰ ਅਗਾਈ ਕਰਨਾ, ਲੇਕਿਨ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ, ਤੁਸੀਂ ਅਗਾਈ ਅੱਗੇ ਪਹੁੰਚਾ ਰਹੇ ਹੋ। ਬਹੁਤ ਕੀਪ ਇਟ ਅਪ ਔਰ ਅੱਛੀ ਅੱਛੀ ਵੀਡੀਓ ਬਣਾਓ, ਲੋਕਾਂ ਨੂੰ ਵਿਖਾਓ, ਲੋਕਾਂ ਨੂੰ ਐਜੂਕੇਟ ਕਰੋ। ਜੀ ਬਹੁਤ ਸ਼ੁਕਰੀਆ ਸਰ। Thank you very much. इंशाल्लाह अस्सलाम वालेकुम। मिलते हैं अगली वीडियो नाल दोस्तों। अल्लाह हाफिज़।